ਵੈਲਕਮ ਡੀਅਰ ਸਟੂਡੈਂਟਸ। ਆਪਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਨਾ ਡਿਮੈਂਸ਼ਨ ਐਨਾਲਿਸਿਸ ਡਿਸਕਸ ਕੀਤਾ ਸੀਗਾ ਤੇ ਹੁਣ ਆਪਾਂ ਇਸ ਦੇ ਵਿੱਚ ਵੀ ਕੁਝ ਡਿਮੈਂਸ਼ਨਲ ਫਾਰਮੂਲੇ ਹੀ ਅੱਗੇ ਡਿਸਕਸ ਕਰ ਰਹੇ ਹਾਂਗੇ। ਫਸਟ ਟੌਪਿਕ ਦੇਖੋ, ਡਿਮੈਂਸ਼ਨਲ ਫਾਰਮੂਲੇ ਆਫ ਫਿਜ਼ੀਕਲ ਕੁਆਂਟੀਟੀਜ਼ ਫਰੋਮ ਹੀਟ ਐਂਡ ਥਰਮੋਡਾਇਨਾਮਿਕਸ। ਮੀਨਸ ਉਹ ਵਾਲੇ ਜਿਹੜੇ ਡਿਮੈਂਸ਼ਨਸ ਨੇਗੇ ਆਪਾਂ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹਾਂ ਜਿਹੜੇ ਹੀਟ ਤੇ ਥਰਮੋਡਾਇਨਾਮਿਕਸ ਟੌਪਿਕ ਦੇ ਨਾਲ ਰਿਲੇਟਡ ਹੋਣਗੇ। ਦੇਖੋ, ਜਿਹੜੀ ਕੁਆਂਟੀਟੀ ਹੈ ਫਿਜ਼ੀਕਲ ਟੈਂਪਰੇਚਰ, ਠੀਕ ਹੈ, ਟੈਂਪਰੇਚਰ ਆਪਣੀ ਜਿਹੜੀ ਹੈ ਨਾ ਇੱਕ ਫੰਡਾਮੈਂਟਲ ਕੁਆਂਟੀਟੀ ਹੈਗੀ ਔਰ ਇਹਦੇ ਜਿਹੜਾ ਡਿਮੈਂਸ਼ਨਲ ਫਾਰਮੂਲਾ ਨਾ ਇਸ ਦੇ ਵਿੱਚ ਟੈਂਪਰੇਚਰ ਦੇ ਡਿਮੈਂਸ਼ਨਸ ਨੂੰ ਆਪਾਂ ਕੇ ਦੇ ਨਾਲ ਰਿਪਰੈਜ਼ੈਂਟ ਕਰਾਂਗੇ, ਕੈਪੀਟਲ ਕੇ ਦੇ ਨਾਲ, ਠੀਕ ਹੈ। ਤਾਂ ਮੀਨਸ ਇੱਥੇ ਜਿਹੜਾ ਡਿਮੈਂਸ਼ਨਲ ਫਾਰਮੂਲਾ ਬਣੂਗਾ ਟੈਂਪਰੇਚਰ ਦਾ ਕੀ ਬਣੂਗਾ, M0 L0 T0 ਔਰ K, ਠੀਕ ਹੈ। ਔਰ ਇਹਦੀ SI ਯੂਨਿਟ ਹੈ ਜੋ ਟੈਂਪਰੇਚਰ ਦੀ ਕੀ ਹੁੰਦੀ ਹੈਗੀ, ਕੈਲਵਿਨ। ਨੈਕਸਟ ਹੈ ਟੈਂਪਰੇਚਰ ਗ੍ਰੇਡੀਐਂਟ, ਔਰ ਟੈਂਪਰੇਚਰ ਗ੍ਰੇਡੀਐਂਟ ਕਿਹਦੇ ਇਕੁਅਲ ਹੁੰਦਾ, ਟੈਂਪਰੇਚਰ ਅਪੋਨ ਦਾ ਡਿਸਟੈਂਸ। ਹੁਣ ਜੋ ਟੈਂਪਰੇਚਰ ਹੈ ਉਸ ਨੂੰ ਆਪਾਂ ਕੇ ਦੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ ਔਰ ਅਪੋਨ ਡਿਸਟੈਂਸ ਹੈ, ਡਿਸਟੈਂਸ ਦੇ ਡਿਮੈਂਸ਼ਨਸ ਨੂੰ ਕਿਸ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ, L ਦੇ ਨਾਲ। ਤਾਂ ਮੀਨਸ ਇਹ ਕੀ ਬਣ ਜਾਊਗਾ, M0, ਠੀਕ ਹੈ, L ਦੀ ਪਾਵਰ ਉੱਪਰ ਜਾ ਕੇ -1 ਹੋ ਜਾਏਗੀ, T0 ਹੀ ਇੱਥੇ ਔਰ K ਆ ਜਾਏਗਾ, ਠੀਕ ਹੈ। ਇਹ ਵਾਲੇ ਡਿਮੈਂਸ਼ਨਸ ਕਿਸ ਦੇ ਬਣਨਗੇ, ਆਪਣੇ ਟੈਂਪਰੇਚਰ ਗ੍ਰੇਡੀਐਂਟ ਦੇ। ਔਰ ਯੂਨਿਟ ਕੀ ਬਣੂਗੀ, ਟੈਂਪਰੇਚਰ ਦੀ ਕੈਲਵਿਨ ਆ ਗਈ, ਅਪੋਨ ਡਿਸਟੈਂਸ ਹੈ ਤਾਂ ਮੀਨਸ ਪਰ ਮੀਟਰ, ਤਾਂ ਇਹਦੀ SI ਯੂਨਿਟ ਹੋਏਗੀ ਟੈਂਪਰੇਚਰ ਗ੍ਰੇਡੀਐਂਟ ਦੀ। ਨੈਕਸਟ ਦੇਖੋ, ਯੂਨੀਵਰਸਲ ਗੈਸ ਕਾਂਸਟੈਂਟ। ਯੂਨੀਵਰਸਲ ਗੈਸ ਕਾਂਸਟੈਂਟ ਹੈ ਜਿਹੜਾ ਨਾ ਤੁਸੀਂ ਇਕੁਏਸ਼ਨ ਪਹਿਲਾਂ ਰੀਡ ਕੀਤੀ ਹੋਏਗੀ, PV = RT। ਇੱਥੇ R ਕੀ ਹੁੰਦਾ, ਆਪਣਾ ਗੈਸ ਕਾਂਸਟੈਂਟ ਹੁੰਦਾ, ਠੀਕ ਹੈ। ਔਰ R ਕੀ ਹੁੰਦਾ ਰਾਜੇ, ਇੱਥੇ ਆਪਣਾ ਗੈਸ ਕਾਂਸਟੈਂਟ ਹੁੰਦਾ ਔਰ R ਦੀ ਵੈਲਿਊ ਅਗਰ ਆਪਾਂ ਫਾਈਂਡ ਕਰੀਏ ਤਾਂ ਕੀ ਆਏਗੀ, PV/T। ਮੀਨਸ ਜੋ ਗੈਸ ਕਾਂਸਟੈਂਟ ਹੈ ਕਿਸ ਦੇ ਇਕੁਅਲ ਆਏਗਾ, ਪ੍ਰੈਸ਼ਰ, ਠੀਕ ਹੈ, ਇਨਟੂ ਵੋਲੀਅਮ ਡਿਵਾਈਡਡ ਬਾਈ ਇਟਸ ਟੈਂਪਰੇਚਰ। ਦੇਖੋ ਹੁਣ ਤੇ ਜਿਹੜੇ ਆਪਾਂ ਨੇ ਪ੍ਰੈਸ਼ਰ ਦੇ ਯੂਨਿਟਸ ਨੇਗੇ ਉਹ ਫਾਈਂਡ ਕੀਤੇ ਹੋਏ ਨੇਗੇ ਪਹਿਲਾਂ ਡਿਮੈਂਸ਼ਨ ਐਨਾਲਿਸਿਸ ਦੇ ਵਿੱਚ, ml -1 T-2 ਇਹ ਡਿਮੈਂਸ਼ਨਸ ਬਣਨਗੇ। ਵੋਲੀਅਮ ਦੇ ਕੀ ਹੁੰਦੇ ਨੇਗੇ, ਲੈਂਥ ਇੰਟੂ ਬ੍ਰੈਥ ਇੰਟੂ ਹਾਈਟ, ਮੀਨਸ L³ ਆ ਜਾਣਗੇ ਡਿਮੈਂਸ਼ਨਸ ਵੋਲੀਅਮ ਦੇ ਔਰ K ਕੀ ਨੇ, ਟੈਂਪਰੇਚਰ ਦੇ, ਠੀਕ ਹੈ। ਤਾਂ ਮੀਨਸ ਜੋ ਯੂਨੀਵਰਸਲ ਗੈਸ ਕਾਂਸਟੈਂਟ ਹੈ ਇਸ ਦੇ ਡਿਮੈਂਸ਼ਨਸ ਕੀ ਬਣਨਗੇ, M L² T-2 K-1। ਉਹ ਯੂਨਿਟਸ ਕੀ ਆਣਗੇ, ਦੇਖੋ ਟੈਂਪਰੇਚਰ ਦੇ ਯੂਨਿਟਸ ਕੀ ਬਣਨਗੇ ਇੱਥੇ, ਕੈਲਵਿਨ, ਤਾਂ ਮੀਨਸ ਜੂਲ ਪਰ ਕੈਲਵਿਨ ਰਾਜੇ ਦੇ ਯੂਨਿਟਸ ਆ ਜਾਣਗੇ ਯੂਨੀਵਰਸਲ ਗੈਸ ਕਾਂਸਟੈਂਟ ਦੇ। ਨੈਕਸਟ ਡਿਮੈਂਸ਼ਨਲ ਫਾਰਮੂਲੇ ਨੇਗੇ ਉਹ ਵਾਲੇ ਕੁਆਂਟੀਟੀਜ਼ ਦੇ ਜਿਹੜੇ ਮਤਲਬ ਇਲੈਕਟ੍ਰਿਸਿਟੀ ਤੇ ਮੈਗਨੇਟਿਜ਼ਮ ਦੇ ਨਾਲ ਰਿਲੇਟਡ ਨੇਗੇ। ਫਸਟ ਦੇਖੋ, ਇਲੈਕਟ੍ਰਿਕ ਕਰੰਟ। ਇਲੈਕਟ੍ਰਿਕ ਕਰੰਟ ਕੀ ਹੈ, ਫੰਡਾਮੈਂਟਲ ਯੂਨਿਟ ਹੈ, ਫੰਡਾਮੈਂਟਲ ਹੈ ਰਾਜੇ, ਤਾਂ ਮੀਨਸ ਕੁਆਂਟੀਟੀ ਹੈ, ਠੀਕ ਹੈ। ਔਰ ਇਸ ਦੇ ਰਾਜੇ ਡਿਮੈਂਸ਼ਨਸ ਕੀ ਬਣਨਗੇ, ਮੀਨਸ ਇਲੈਕਟ੍ਰਿਕ ਕਰੰਟ ਨੂੰ ਆਪਾਂ ਡਿਮੈਂਸ਼ਨ ਐਨਾਲਿਸਿਸ ਦੇ ਵਿੱਚ ਕੈਪੀਟਲ A ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਤਾਂ ਮੀਨਸ ਡਿਮੈਂਸ਼ਨਸ ਕੀ ਬਣਨਗੇ ਇਲੈਕਟ੍ਰਿਕ ਕਰੰਟ ਦੇ, M0 L0 T0 ਇਹ ਆ ਜਾਣਗੇ, ਠੀਕ ਹੈ। ਔਰ ਇਸ ਦੀ SI ਯੂਨਿਟ ਕੀ ਹੁੰਦੀ ਹੈ, ਇਲੈਕਟ੍ਰਿਕ ਕਰੰਟ ਦੀ ਅੰਪੀਅਰ ਹੁੰਦੀ ਹੈ, ਓਕੇ। ਨੈਕਸਟ ਫਿਜ਼ੀਕਲ ਕੁਆਂਟੀਟੀ ਹੈ ਚਾਰਜ। ਚਾਰਜ ਕਿਸ ਦੇ ਇਕੁਅਲ ਹੁੰਦਾ, ਕਰੰਟ ਇਨਟੂ ਟਾਈਮ। ਮੀਨਸ ਅਗਰ ਆਪਾਂ ਕਰੰਟ ਹੈ ਜੋ ਇਸ ਦੇ ਜਿਹੜੇ ਯੂਨਿਟਸ ਨੇ ਡਿਮੈਂਸ਼ਨਸ ਨੇ A ਦੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ, ਨਾਲ ਮਲਟੀਪਲਾਈ ਕੀ ਹੋ ਰਿਹਾ, ਟਾਈਮ T ਦੇ ਨਾਲ, ਤਾਂ ਮੀਨਸ ਬਾਕੀ ਆਪਾਂ ਇੱਥੇ 0 ਰਿਪਰੈਜ਼ੈਂਟ ਕਰ ਦਾਂਗੇ, ਮੀਨਸ M0 L0, ਠੀਕ ਹੈ। ਔਰ ਜਿਹੜੇ ਇਹਦੇ ਡਿਮੈਂਸ਼ਨਸ ਬਣਨਗੇ ਕੀ ਬਣਨਗੇ, M0 L0 TA, ਓਕੇ। ਔਰ ਇਹਦੀ ਜੋ SI ਯੂਨਿਟ ਹੁੰਦੀ ਹੈਗੀ ਇਲੈਕਟ੍ਰਿਕ ਚਾਰਜ ਦੀ, ਡੈਟ ਇਜ਼ ਕੂਲਮ। ਨੈਕਸਟ ਜਿਹੜੀ ਫਿਜ਼ੀਕਲ ਕੁਆਂਟੀਟੀ ਹੈ ਇਲੈਕਟ੍ਰਿਕ ਪੋਟੈਂਸ਼ੀਅਲ। ਇਲੈਕਟ੍ਰਿਕ ਪੋਟੈਂਸ਼ੀਅਲ ਦਾ ਫਾਰਮੂਲਾ ਕੀ ਹੁੰਦਾ, ਵਰਕ ਡਨ ਅਪੋਨ ਚਾਰਜ। ਵਰਕ ਡਨ ਦੇ ਡਿਮੈਂਸ਼ਨਸ ਆਪਾਂ ਪਹਿਲਾਂ ਫਾਈਂਡ ਕੀਤੇ ਹੋਏ ਨੇ, ml2 T-2 ਔਰ ਚਾਰਜ ਦੇ ਇਸ ਤੋਂ ਪਹਿਲਾਂ ਵਾਲੇ ਦੇਖੋ ਹੁਣ AT ਫਾਈਂਡ ਕੀਤੇ ਨੇ ਨਾ, AT। ਹੁਣ A ਦੀ ਪਾਵਰ ਉੱਪਰ ਜਾ ਕੇ -1 ਬਣ ਜਾਏਗੀ ਔਰ T ਦੀ ਪਾਵਰ -1, ਮੀਨਸ -2 -1 -3 ਆ ਜਾਊਗੀ। ਔਰ ਇਲੈਕਟ੍ਰਿਕ ਪੋਟੈਂਸ਼ੀਅਲ ਦੇ ਡਿਮੈਂਸ਼ਨਸ ਕੀ ਬਣਨਗੇ, M L² T-3 A-1, ਠੀਕ ਹੈ। ਔਰ ਇਹਦੀ ਯੂਨਿਟ ਕੀ ਹੁੰਦੀ ਹੈਗੀ, ਵੋਲਟ ਹੁੰਦੀ ਹੈ। ਨੈਕਸਟ ਆਪਾਂ ਟੌਪਿਕ ਡਿਸਕਸ ਕਰਦੇ ਹਾਂ ਕਿ ਡਿਫਰੈਂਟ ਟਾਈਪਸ ਆਫ ਵੇਰੀਏਬਲਸ ਐਂਡ ਕਾਂਸਟੈਂਟ। ਹੁਣ ਜਿਹੜੀ ਵੀ ਆਪਾਂ ਡਿਮੈਂਸ਼ਨ ਐਨਾਲਿਸਿਸ ਦੇ ਵਿੱਚ ਡਿਸਕਸ ਕੀਤਾ ਹੈ ਇਹਦੇ ਵਿੱਚ ਕਿਹੜੇ ਕਿਹੜੇ ਵੇਰੀਏਬਲਸ ਨੇ, ਕਿਹੜੇ ਕਾਂਸਟੈਂਟਸ ਨੇ, ਠੀਕ ਹੈ, ਇਹਨਾਂ ਨੂੰ ਡਿਸਕਸ ਕਰਾਂਗੇ। ਫਸਟ ਦੇਖੋ, ਡਿਮੈਂਸ਼ਨਲ ਵੇਰੀਏਬਲਸ। ਡਿਮੈਂਸ਼ਨਲ ਵੇਰੀਏਬਲਸ ਕੀ ਹੁੰਦੇ ਨੇ, ਮੀਨਸ ਉਹ ਵਾਲੇ ਕੁਆਂਟੀਟੀਜ਼ ਜਿਨ੍ਹਾਂ ਦੇ ਮਤਲਬ ਡਿਮੈਂਸ਼ਨਸ ਵੀ ਐਗਜ਼ਿਸਟ ਕਰਦੇ ਨੇ ਔਰ ਉਹਨਾਂ ਦੀ ਵੈਲਿਊ ਵੀ ਜਿਹੜੀ ਆ ਵੇਰੀ ਕਰੇਗੀ, ਠੀਕ ਹੈ। ਉਹਨਾਂ ਨੂੰ ਕੀ ਬੋਲਦੇ ਆਪਾਂ, ਡਿਮੈਂਸ਼ਨਲ ਵੇਰੀਏਬਲਸ। ਦੇਖੋ, ਦ ਕੁਆਂਟੀਟੀਜ਼ ਲਾਈਕ ਏਰੀਆ, ਵੋਲੀਅਮ, ਵੈਲੋਸਿਟੀ, ਫੋਰਸ ਐਟਸੈਕਟਰਾ ਪੋਜੈਸਿਸ ਡਿਮੈਂਸ਼ਨਸ ਐਂਡ ਡੂ ਨਾਟ ਹੈਵ ਅ ਕਾਂਸਟੈਂਟ ਵੈਲਿਊ। ਦੇਖੋ, ਫੋਰਸ ਆਪਾਂ ਡਿਫਰੈਂਟ ਬੋਡੀਜ਼ ਦੇ ਉੱਪਰ ਡਿਫਰੈਂਟ ਅਪਲਾਈ ਕਰਦੇ ਹਾਂ, ਠੀਕ ਹੈ, ਤਾਂ ਇਹਦੀ ਵੈਲਿਊ ਹੈ ਜਿਹੜੀ ਉਹ ਵੇਰੀ ਕਰੇਗੀ ਰਾਜੇ ਬੋਡੀ ਟੂ ਬੋਡੀ। ਔਰ ਇਹਦੇ ਕੋਲ ਡਿਮੈਂਸ਼ਨਸ ਵੀ ਹੈਗੇ ਨੇਗੇ, ਫੋਰਸ ਦੇ ਆਪਾਂ ਫਾਈਂਡ ਕਰਦੇ ਹਾਂ ਬਾਈ ਯੂਜ਼ਿੰਗ ਦਾ ਨਿਊਟਨ ਸੈਕਿੰਡ ਲਾ, F = ma ਵਾਲੀ ਇਕੁਏਸ਼ਨ ਤੋਂ, ਠੀਕ ਹੈ। ਤੇ
ਇਸ ਦੇ ਵਿੱਚ ਰਾਜੇ ਡਿਮੈਂਸ਼ਨਸ ਵੀ ਹੋਣਗੇ ਔਰ ਇਹਨਾਂ ਦੀ ਰਾਜੇ ਇੱਕ ਜਿਹੜੀ ਫਿਕਸ ਵੈਲਿਊ ਵੀ ਉਹ ਨਹੀਂ ਹੋਏਗੀ, ਮੀਨਸ ਇਹਨਾਂ ਦੀ ਵੈਲਿਊ ਵੇਰੀ ਕਰੇਗੀ। ਠੀਕ ਹੈ, ਤਾਂ ਇਹਨਾਂ ਕੁਆਂਟੀਟੀਜ਼ ਨੂੰ ਕੀ ਬੋਲਦੇ ਹਾਂ ਆਪਾਂ, ਡਿਮੈਂਸ਼ਨਲ ਵੇਰੀਏਬਲਸ। ਠੀਕ ਹੈ, ਨੈਕਸਟ ਦੇਖੋ ਨੋਨ ਡਿਮੈਂਸ਼ਨਲ ਵੇਰੀਏਬਲਸ। ਨੋਨ ਡਿਮੈਂਸ਼ਨਲ ਵੇਰੀਏਬਲਸ ਕੀ ਨੇਗੇ, ਉਹ ਵਾਲੇ ਕੁਆਂਟੀਟੀਜ਼ ਜਿਹੜੀ ਇਹਨਾਂ ਦੀ ਵੈਲਿਊ ਹੈ ਜਿਹੜੀ ਉਹ ਵੇਰੀ ਕਰੂਗੀ, ਬਟ ਇਹਨਾਂ ਦੀ ਡਿਮੈਂਸ਼ਨਸ ਨਹੀਂ ਹੁੰਦੇ ਕੋਈ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਐਂਗਲ ਨੂੰ ਡਿਸਕਸ ਕਰ ਲੈਂਦੇ ਹਾਂ। ਐਂਗਲ ਹੈ, ਐਂਗਲ ਕਿਸ ਇਕੁਅਲ ਹੁੰਦਾ ਹੈਗਾ, ਆਰਕ ਅਪੋਨ ਇਟਸ ਰੇਡੀਅਸ, ਮਤਲਬ ਜਿਹੜੇ ਸਰਕਲ ਦੇ ਪਾਰਕ ਲੈ ਰਹੇ ਹਾਂ ਅਪੋਨ ਇਟਸ ਰੇਡੀਅਸ। ਤੇ ਆਰਕ ਨੂੰ ਆਪਾਂ ਮੰਨ ਲਓ ਲੈਂਥ ਨਾਲ ਹੀ ਰਿਪਰੈਜ਼ੈਂਟ ਕਰਾਂਗੇ, ਰੇਡੀਅਸ ਵੀ ਕੀ ਹੋਏਗੀ, ਲੈਂਥ। ਮੀਨਸ ਇਹਦੇ ਡਿਮੈਂਸ਼ਨ ਦਾ ਲੈਂਥ ਦੇ ਨਾਲ ਲੈਂਥ ਤੇ ਕੈਂਸਲ ਹੀ ਹੋ ਜਾਊਗਾ, ਤੇ ਇਹਦੇ ਡਿਮੈਂਸ਼ਨਸ ਕੋਈ ਨਹੀਂ ਹੁੰਦੇ ਹੈਗੇ, ਬਟ ਇਹਦੀ ਯੂਨਿਟ ਹੈਗੀ ਹੈ ਐਂਗਲ ਦੀ, ਦੈਟ ਇਜ਼ ਰੇਡੀਅਨ। ਠੀਕ ਹੈ, ਓਕੇ। ਨੈਕਸਟ ਦੇਖੋ, ਤਾਂ ਮੀਨਸ ਇਹ ਕੀ ਬਣ ਗਿਆ, ਜੋ ਐਂਗਲ ਹੈ ਦੈਟ ਇਜ਼ ਨॉन ਡਿਮੈਂਸ਼ਨਲ ਵੇਰੀਏਬਲਸ ਆ। ਹੁਣ ਇਹ ਐਗਜ਼ਾਮਪਲ ਦੇਖੋ ਇਹਦੀਆਂ, ਦ ਕੁਆਂਟੀਟੀਜ਼ ਲਾਈਕ ਐਂਗਲ, ਸਪੈਸੀਫਿਕ ਗ੍ਰੈਵਿਟੀ, ਸਟ੍ਰੇਨ ਐਟਸੈਟਰਾ ਆਰ ਨॉन ਡਿਮੈਂਸ਼ਨਲ ਵੇਰੀਏਬਲਸ ਆ। ਨੈਕਸਟ ਹੈ ਡਿਮੈਂਸ਼ਨਲ ਕੌਂਸਟੈਂਟਸ। ਡਿਮੈਂਸ਼ਨਲ ਕੌਂਸਟੈਂਟਸ ਕੀ ਹੁੰਦੇ ਨੇ, ਦ ਕੁਆਂਟੀਟੀਜ਼ ਲਾਈਕ ਗ੍ਰੈਵਿਟੇਸ਼ਨਲ ਕੌਂਸਟੈਂਟ, ਪਲੈਂਕਸ ਕੌਂਸਟੈਂਟ। ਠੀਕ ਹੈ, ਇਹਨਾਂ ਦੇ ਕੀ ਨੇ ਰਾਜੇ, ਡਿਮੈਂਸ਼ਨਸ ਤਾਂ ਹੋਣਗੇ ਔਰ ਇਹਨਾਂ ਦੇ ਕੋਲ ਇੱਕ ਕੌਂਸਟੈਂਟ ਵੈਲਿਊ ਵੀ ਹੁੰਦੀ ਹੈ, ਸੋ ਇਹਨਾਂ ਨੂੰ ਆਪਾਂ ਕੀ ਬੋਲ ਦਿਆਂਗੇ, ਡਿਮੈਂਸ਼ਨਲ ਕੌਂਸਟੈਂਟਸ। ਦੇਖੋ ਤਾਂ ਕੁਆਂਟੀਟੀਜ਼ ਲਾਈਕ ਗ੍ਰੈਵਿਟੇਸ਼ਨਲ ਕੌਂਸਟੈਂਟ, ਪਲੈਂਕਸ ਕੌਂਸਟੈਂਟ। ਠੀਕ ਹੈ, ਇਹਨਾਂ ਦੇ ਡਿਮੈਂਸ਼ਨਸ ਨੇਗੇ ਔਰ ਇਹਨਾਂ ਦੀ ਕੌਂਸਟੈਂਟ ਵੈਲਿਊ ਵੀ ਹੋਏਗੀ। ਐਗਜ਼ਾਮਪਲ ਦੇਖੋ ਇਹਦੀ ਹੁਣ ਕਿਵੇਂ, ਜਿਵੇਂ ਮੰਨ ਲਓ ਹੁਣ ਜੋ ਗ੍ਰੈਵਿਟੇਸ਼ਨਲ ਕੌਂਸਟੈਂਟ ਹੈ, ਇਹ ਵਾਲਾ ਫਾਰਮੂਲਾ ਤੁਸੀਂ ਪਹਿਲਾਂ ਰੀਡ ਕੀਤਾ ਹੋਣਾ, F ਇਜ਼ ਇਕਲ ਟੂ G m1 m2 ਅਪੋਨ r ਸਕੁਅਰ। ਠੀਕ ਹੈ, ਆਪਾਂ G ਦੀ ਇੱਕ ਸਪੈਸੀਫਿਕ ਵੈਲਿਊ ਵਿੱਚ ਜਿਹੜੀ ਰਿਪਰੈਜ਼ੈਂਟ ਕਰਦੇ ਹਾਂ 6.63 ਇੰਟੂ 10⁻⁻11 ਨਿਊਟਨ ਮੀਟਰ ਸਕੁਅਰ ਪਰ ਕੇਜੀ ਸਕੁਅਰ। ਠੀਕ ਹੈ, ਇਹਦੀ ਇੱਕ ਫਿਕਸਡ ਵੈਲਿਊ ਹੁੰਦੀ ਹੈ, ਬਟ ਇਹਦੇ ਡਿਮੈਂਸ਼ਨਸ ਵੀ ਕੀ ਨੇ, G ਦੇ ਐਗਜ਼ਿਸਟ ਕਰਦੇ ਨੇ, ਸੋ ਇਟ ਇਜ਼ ਡਿਮੈਂਸ਼ਨਲ ਕੌਂਸਟੈਂਟ। ਓਕੇ, ਅੱਗੇ ਦੇਖੋ ਨॉन ਡਿਮੈਂਸ਼ਨਲ ਕੌਂਸਟੈਂਟ। ਨॉन ਡਿਮੈਂਸ਼ਨਲ ਕੌਂਸਟੈਂਟਸ ਕੀ ਹੋਣਗੇ, ਉਹ ਵਾਲੇ ਕੌਂਸਟੈਂਟ ਕੁਆਂਟੀਟੀਜ਼ ਜਿਨ੍ਹਾਂ ਦੇ ਕੋਈ ਡਿਮੈਂਸ਼ਨਸ ਨਹੀਂ ਹੁੰਦੇ ਹੈਗੇ, ਜਿਵੇਂ ਕਿ ਪਿਓਰ ਨੰਬਰਸ ਆ ਗਏ ਆਪਣੇ 1 2 3 4 5। ਠੀਕ ਹੈ, ਪਾਈ ਵੈਲਿਊ ਹੋ ਗਈ, ਜਾਂ ਫਿਰ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਨੇ ਜਿਵੇਂ ਸਾਈਨ ਕੋਸਾਈਨ। ਠੀਕ ਹੈ, ਇਹ ਕੀ ਨੇ ਆਪਣੇ ਨॉन ਡਿਮੈਂਸ਼ਨਲ ਕੌਂਸਟੈਂਟਸ। ਓਕੇ, ਨੈਕਸਟ ਟੌਪਿਕ ਹੈ ਕਿ ਆਪਾਂ ਹੁਣ ਇਸ ਡਿਮੈਂਸ਼ਨ ਐਨਾਲਿਸਿਸ ਨੂੰ ਯੂਜ਼ ਕਿੱਥੇ ਕਰਦੇ ਹਾਂ। ਠੀਕ ਹੈ, ਇਹਦੇ ਯੂਜ਼ਸ ਬਾਰੇ ਆਪਾਂ ਅੱਗੇ ਐਕਸਪਲੇਨ ਕਰਦੇ ਹਾਂ। ਫਸਟ ਦੇਖੋ ਇਹਦਾ ਯੂਜ਼, ਟੂ ਚੈੱਕ ਦੀ ਕਰੈਕਟਨੈਸ ਆਫ ਆ ਫਿਜ਼ੀਕਲ ਕੁਆਂਟੀਟੀਜ਼। ਠੀਕ ਹੈ, ਜਿਹੜੀ ਫਿਜ਼ੀਕਲ ਇਕੁਏਸ਼ਨ ਹੈ ਆਪਣੀ, ਠੀਕ ਹੈ, ਕਿਸੇ ਵੀ ਫਿਜ਼ੀਕਲ ਇਕੁਏਸ਼ਨ ਦੀ ਕਰੈਕਟਨੈਸ ਚੈੱਕ ਕਰਨ ਦੇ ਲਈ ਆਪਾਂ ਇਹਨੂੰ ਡਿਮੈਂਸ਼ਨ ਐਨਾਲਿਸਿਸ ਨੂੰ ਯੂਜ਼ ਕਰਦੇ ਹਾਂ। ਸੈਕਿੰਡ ਦੇਖੋ, ਟੂ ਡਿਰਾਈਵ ਦੀ ਰਿਲੇਸ਼ਨ ਬਿਟਵੀਨ ਡਿਫਰੈਂਟ ਫਿਜ਼ੀਕਲ ਕੁਆਂਟੀਟੀਜ਼ ਇਨਵੋਲਵਡ ਇਨ ਆ ਫਿਜ਼ੀਕਲ ਫਿਨੋਮੀਨਾ। ਠੀਕ ਹੈ, ਅਗਰ ਆਪਾਂ ਕੋਈ ਟੂ ਕੁਆਂਟੀਟੀਜ਼ ਦੇ ਵਿੱਚ, ਠੀਕ ਹੈ, ਰਿਲੇਸ਼ਨ ਡਰਾਈਵ ਕਰਨਾ ਹੈਗਾ, ਜਾਂ ਫਿਰ ਟੂ ਔਰ ਮੋਰ ਫਿਜ਼ੀਕਲ ਕੁਆਂਟੀਟੀ ਦੇ ਵਿੱਚ ਕੋਈ ਰਿਲੇਸ਼ਨ ਡਰਾਈਵ ਕਰਨਾ ਹੈ, ਠੀਕ ਹੈ, ਤਾਂ ਉਹਦੇ ਲਈ ਵੀ ਆਪਾਂ ਡਿਮੈਂਸ਼ਨ ਐਨਾਲਿਸਿਸ ਨੂੰ ਯੂਜ਼ ਕਰਦੇ ਹਾਂ। ਥਰਡ ਯੂਜ਼ ਇਸ ਦਾ, ਟੂ ਚੇਂਜ ਫਰੋਮ ਵਨ ਸਿਸਟਮ ਆਫ ਯੂਨਿਟਸ ਟੂ ਅਨਦਰ ਸਿਸਟਮ। ਠੀਕ ਹੈ, ਇੱਕ ਸਿਸਟਮ ਆਫ ਯੂਨਿਟਸ ਤੋਂ ਅਨਦਰ ਸਿਸਟਮ ਆਫ ਯੂਨਿਟ ਦੇ ਵਿੱਚ ਚੇਂਜ ਕਰਨ ਦੇ ਲਈ ਵੀ ਆਪਾਂ ਡਿਮੈਂਸ਼ਨ ਐਨਾਲਿਸਿਸ ਨੂੰ ਯੂਜ਼ ਕਰਦੇ ਹਾਂ। ਨੈਕਸਟ ਦੇਖੋ, ਇਹਨਾਂ ਨੂੰ ਤਿੰਨਾਂ ਨੂੰ ਆਪਾਂ ਤਿੰਨਾਂ ਯੂਜ਼ਸ ਨੂੰ ਪ੍ਰੋਪਰਲੀ ਐਕਸਪਲੇਨ ਕਰਾਂਗੇ ਹੁਣ। ਫਸਟ ਹੈ ਟੂ ਚੈੱਕ ਦੀ ਕਰੈਕਟਨੈਸ ਆਫ ਆ ਫਿਜ਼ੀਕਲ ਇਕੁਏਸ਼ਨ। ਠੀਕ ਹੈ, ਫਿਜ਼ੀਕਲ ਇਕੁਏਸ਼ਨ ਹੈ ਜਿਹੜੀ, ਉਸਦੀ ਕਰੈਕਟਨੈਸ ਚੈੱਕ ਕਰਨ ਦੇ ਲਈ ਆਪਾਂ ਡਿਮੈਂਸ਼ਨ ਐਨਾਲਿਸਿਸ ਕਿਵੇਂ ਯੂਜ਼ ਕਰਦੇ ਹਾਂ। ਦੇਖੋ, ਫਸਟ ਹੀ ਨਾ ਡਿਸਕਸ ਕਰਦੇ ਹਾਂ ਆਪਾਂ ਪ੍ਰਿੰਸੀਪਲ ਆਫ ਹੋਮੋਜੈਨਿਟੀ। ਹੋਮੋਜੈਨਿਟੀ ਪ੍ਰਿੰਸੀਪਲ ਕੀ ਕਹਿੰਦਾ ਹੈ, ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਦ ਡਿਮੈਂਸ਼ਨਸ ਆਫ ਅ ਫੰਡਾਮੈਂਟਲ ਕੁਆਂਟੀਟੀਜ਼ ਆਰ ਸੇਮ ਇਨ ਈਚ ਐਂਡ ਐਵਰੀ ਟਰਮ ਔਰ ਆਈਦਰ ਸਾਈਡ ਆਫ ਆ ਫਿਜ਼ੀਕਲ ਰਿਲੇਸ਼ਨ। ਮੀਨਸ ਆਪਾਂ ਕੋਈ ਵੀ ਫਿਜ਼ੀਕਲ ਕੁਆਂਟੀਟੀ ਹੈ ਜੇ ਉਸਦੇ ਵਿੱਚ ਕੋਈ ਰਿਲੇਸ਼ਨ ਲਿਖਦੇ ਆ ਨਾ, ਤਾਂ ਉਹਦੇ ਲਈ ਕੀ ਹੋਊਗਾ ਕਿ ਦੋਨੋਂ ਸਾਈਡਸ ਦੇ ਉੱਪਰ, ਮੀਨਸ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਦੇ ਜਿਹੜੇ ਡਿਮੈਂਸ਼ਨਸ ਨੇ ਉਹ ਕੀ ਹੋਣਗੇ, ਇਕੁਅਲ ਹੋਣਗੇ। ਇਹਨੂੰ ਆਪਾਂ ਪ੍ਰੋਪਰਲੀ ਇੱਕ ਐਗਜ਼ਾਮਪਲ ਦੇ ਨਾਲ ਡਿਸਕਸ ਕਰਦੇ ਹਾਂ ਅੱਗੇ। ਕੁਐਸਚਨ ਦੇਖੋ, ਕੁਐਸਚਨ ਕੀ ਹੈ, ਚੈੱਕ ਦੀ ਅਕੂਰੇਸੀ ਆਫ ਦੀ ਰਿਲੇਸ਼ਨ ਗਿਵਨ ਹੈ ਹਾਫ ਆਫ mv ਸਕੁਅਰ ਇਜ਼ ਇਕੁਅਲ ਟੂ mgh। ਕਿ ਰਿਲੇਸ਼ਨ ਇਹ ਸਹੀ ਹੈ, ਮਤਲਬ ਜੋ ਹਾਫ ਆਫ mv ਸਕੁਅਰ ਹੈ ਕਿ ਇਹ mgh ਦੀ ਇਕੁਅਲ ਬਣੇਗਾ। ਠੀਕ ਹੈ, ਆਪਾਂ ਇਹ ਡਿਮੈਂਸ਼ਨ ਐਨਾਲਿਸਿਸ ਨੂੰ ਯੂਜ਼ ਕਰਕੇ ਪ੍ਰੂਫ ਕਰਾਂਗੇ। ਦੇਖੋ, ਗਿਵਨ ਕੀ ਆਪਾਂ ਨੂੰ ਹਾਫ ਆਫ mv ਸਕੁਅਰ ਇਜ਼ ਇਕੁਅਲ ਟੂ mgh, ਹਾਫ ਆਫ mv ਸਕੁਅਰ ਇਜ਼ ਇਕੁਅਲ ਟੂ mgh। ਦੇਖੋ, ਐਕਚੁਅਲ ਦੇ ਵਿੱਚ m ਕੀ ਹੈ, ਮਾਸ ਹੈ ਬੋਡੀ ਦਾ, v ਮਤਲਬ ਜਿੰਨੀ ਵੈਲੋਸਿਟੀ ਦੇ ਨਾਲ ਬੋਡੀ ਮੂਵ ਕਰ ਰਹੀ ਹੈ, g ਕੀ ਹੈ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੈ, ਔਰ h ਕੀ ਹੈ, ਹਾਈਟ ਹੈ। ਠੀਕ ਹੈ, ਹੁਣ ਆਪਾਂ ਇਸ ਨੂੰ ਪ੍ਰੂਫ ਕਰਦੇ ਹਾਂ ਵੀ ਜਿਹੜੀ ਇਹ ਇਕੁਏਸ਼ਨ ਗਿਵਨ ਹੈ ਉਹ ਕਰੈਕਟ ਹੈ ਡਿਮੈਂਸ਼ਨ ਐਨਾਲਿਸਿਸ ਯੂਜ਼ ਕਰਕੇ। ਦੇਖੋ, ਲੈਫਟ ਹੈਂਡ ਸਾਈਡ ਲਓ ਇਸ ਇਕੁਏਸ਼ਨ ਦੀ, ਡੈਟ ਇਜ਼ ਹਾਫ ਆਫ mv ਸਕੁਅਰ। ਇਹਦੀ ਡਿਮੈਂਸ਼ਨਸ ਲਿਖਾਂਗੇ। ਦੇਖੋ, ਨੂਮੈਰੀਕਲ ਵੈਲਿਊ ਨੂੰ ਨਹੀਂ ਆਪਾਂ ਦੇਖਣਾ, ਓਨਲੀ ਡਿਮੈਂਸ਼ਨਸ ਨੂੰ ਕੰਸੀਡਰ ਕਰਾਂਗੇ। ਡਿਮੈਂਸ਼ਨਸ ਦੇਖੋ, ਮਾਸ ਦੇ ਡਿਮੈਂਸ਼ਨਸ ਕੀ ਹੁੰਦੇ ਨੇ, m, ਵੈਲੋਸਿਟੀ ਦੇ LT-1, ਇਹਦਾ ਆਪਾਂ ਸਕੁਅਰ ਲੈਂਦੇ ਹਾਂ ਤਾਂ ਕੀ ਬਣੂਗਾ, ਇਹ mst ਲਿਖ ਲਓ, l ਸਕੁਅਰ ਬਣ ਜਾਏਗਾ, t ਦੀ ਪਾਵਰ -2 ਬਣ ਜਾਏਗਾ, ਮੀਨਸ ml2 t-2 ਬਣ ਰਹੇ ਨੇ ਆਪਣੇ ਲੈਫਟ ਹੈਂਡ ਸਾਈਡ ਦੇ ਡਿਮੈਂਸ਼ਨਸ। ਠੀਕ ਹੈ, ਸਿਮਿਲਰਲੀ ਆਪਾਂ ਰਾਈਟ ਹੈਂਡ ਸਾਈਡ ਦੇ ਚੈੱਕ ਕਰਦੇ ਹਾਂ। ਰਾਈਟ ਹੈਂਡ ਸਾਈਡ ਦੇ ਉੱਪਰ ਕੀ ਹੈ, mgh। ਠੀਕ ਹੈ, m ਦੇ ਡਿਮੈਂਸ਼ਨਸ ਕੀ ਹੋਣਗੇ,
एम ही होणगे मास दे। जी एक्सेलरेशन टू ग्रेविटी है, एक्सेलरेशन की होंगे ने एल माइनस एल टी माइनस 2। और हाइट नू किस दे नाल रिप्रजेंट करते हैं आप एल दे नाल ही, ठीक है। तो इस दे डिमेंशनस की बननगे एम एल स्क्वेयर टी माइनस 2। देखो हुण जो लैफ्ट हैंड साइड के डिमेंशन सी वो किस दे इक्वल आ गए राइट हैंड साइड के डिमेंशनस। मीनस डिमेंशन जड़े ने अपने बोथ साइड ते की नेगे इक्वल नेगे। सो जी गिवन इक्वेशन है मीनस हाफ ऑफ एम वी स्केयर इज इक्वल टू एम जी एच, ठीक है। यही इक्वेशन केयर है जो डिमेंशनली आप की प्रूफ करता कि करैक्ट है, ठीक है। और एक्चुअल दे है कि हाफ ऑफ एम वी स्केयर डेट इज़ द काइनेटिक एनर्जी, एम जी एच की है पोटेंशियल एनर्जी, एनर्जी डिमेंशन एनर्जी नाल इक्वेट करनगे, ठीक है। और नैक्सट जो अपनी एप्लीकेशन सी डिमेंशन एनालिसिस दी टू ड्राइव द रिलेशन बिटवीन वेरीअस फिजिकल क्वांटिटीज़, ये डिस्कस करते हैं आप अगे। देखो एग्जाम्पल, यूजिंग दिस मैथड ऑफ डिमेंशंस ड्राइव एन एक्सप्रेशन फॉर द सेंट्रीपिटल फोर्स एफ एक्टिंग ऑन अ पार्टिकल ऑफ मास एम मूविंग विद द वेलोसिटी वी इन अ सर्कल ऑफ रेडियस आर। देखो आपने सेंट्रीपिटल फोर्स का एक्सप्रैशन फाइंड करना है डिमेंशन एनालिसिस में यूज़ करके। सेंट्रीपिटल फोर्स की होंगी है जो कोई बॉडी ना एक मतलब सर्कुलर मोशन के ट्रैवल कर रही हैगी, तो जी फोर्स टूवर्ड द सेंटर है जी एग्जर्ट हो रही है ना, उसनों बोलते हैं आप सेंट्रीपिटल फोर्स, ठीक है। हुण देखो आप रिलेशन फाइंड करांगे किस दे विच रिलेशन फाइंड करांगे आप किस दे विच सेंट्रीपिटल फोर्स ते आ वेरीएबल क्वांटिटीज़ दे विच रजे। हुण देखो जो फोर्स है फोर्स किस दे इक्वल होएगी मीनस हुण आपां नूं क्वेश्चन दे विच की गिवन है कि जिहड़ी फोर्स है किहदे उपर डिपेंड कर रही है, फर्स्टली मास ऑफ द बॉडी, ठीक है। सैकेंडली रहे वेलोसिटी ऑफ द बॉडी, थर्ड की हैगा भी सर्कल है जिहड़ा उसका सर्कल है जिहड़ा उसके रेडियस के उपर डिपेंड करेगी मीनस आर के उपर, मीनस इन्हां दे प्रपोर्शनल होएगी। अगर आप प्रपोर्शनलिटी साइन हटाइए एफ की इक्वल बन जूगा के एम वी आर दे प्रपोर्शनल होएगी। मीनस अपन ये नहीं पता भी कितनी पावर रेस करूगी, तो आप लैट कर लें मीनस मान लो एम की पावर ए, वी की पावर बी, आर की पावर सी, ठीक है। इन्हें रेस कर रही है रजे, ठीक है। हुण आपां मेन टारगेट की है भी आपां ए बी सी दी वैल्यूज़ फाइंड करांगे। देखो फोर्स है इस साइड, तो फोर्स के डिमेंशनस आप फाइंड कर लें। एफ इज इक्वल टू की होंगे एम ए, एम के डिमेंशनस एम एक्सेलरेशन के की होंगे ने एल टी माइनस 2, मीनस एम एल टी माइनस 2 की बननगे डिमेंशनस फोर्स दे। तो इस साइड आप डिमेंशनस रख दें एम एल टी माइनस 2 दे, ठीक है। इक्वल टू के टाइम्स है, चलो के तो कॉन्सटेंट ही है। एम की पावर कितना रेस कर रही है ए। नैक्सट की है वेलोसिटी, वेलोसिटी की होंगे एल टी माइनस 1, डिमेंशनस लिखने ने दे तो यदी पावर कितनी रेस कर जूगी बी, ठीक है। और इत्थे आर आ गया, आर की होंगे डिस्टेंस, डिस्टेंस मीनस एल, एल की पावर कितनी रेस कर जूगी सी, ठीक है। हुण इहदी पावर है जिहड़ी आपां सॉल्व करते हैं। देखो मीनस इधर तो एम एल टी माइनस 2 एस टी सी रख लो, ये की बन गया के एम की पावर ए, एल की पावर की बनूगा 1 प्लस सी, और टी की पावर कितना बनूगा माइनस ऑफ बी, सॉरी इत्थे ना एल की पावर भी कितना बन जूगा बी, ठीक है। तो बी प्लस सी बनूगा पावर एल की। हुण इन्होंने आप ना लैफ्ट हैंड साइड तो राइट हैंड साइड के ना वैल्यूज़ में इक्वेट करांगे, तो मीनस ए की वैल्यू कितनी आ गई इत्थे 1, एल की पावर कितनी बनूगी बी प्लस सी है, इधर इधर कितनी है 1 है, तो मीनस 1 की इक्वल आ जाएगा बी प्लस सी दे। और सिमिलरली माइनस बी की इक्वल बन गया माइनस ऑफ 2 दे। इत्थों आप माइनस माइनस कैंसल कर दें साइन, तो बी की वैल्यू कितनी आ गई 2, ठीक है। बी प्लस सी की वैल्यू कितनी सी 1, तो हुण इत्थे जेकर आपां बी की वैल्यू सबस्टिट्यूट करिए मतलब 2 प्लस सी कि इक्वल आ गया 1, सी की वैल्यू कितनी आ जाएगी 1 माइनस 2। तो जो अपना गिवन रिलेशन सीगा ये एफ इज इक्वल टू के एम की पावर ए, वी की पावर बी, आर की पावर सी, इसनों आपां सॉल्व करते हैं, ठीक है। तो मीनस एम की पावर कितनी बन जूगी इत्थे 1, वी की पावर वेलोसिटी की पावर कितनी बनूगी मीनस 2 पावर आ रही है, और आर की पावर कितनी आएगी सी मतलब -1, मीनस ये रिलेशन की बनूगा एम वी स्केयर अपॉन आर। तो मीनस एफ की इक्वल आ जाऊगा के एम वी स्केयर अपॉन आर, ठीक है। तो मीनस आप ये डिमेंशन एनालिसिस यूज़ करके, ठीक है, रिलेशन फाइंड किया आप फिजिकल क्वांटिटीज़ के विच, मीनस फोर्स किस किस दे प्रपोर्शनल सी जिवें मास वेलोसिटी ते रेडियस दे, ठीक है। इन्हां दे विच जिहड़ा रिलेशन है आपां ने वो ड्राइव किया हैगा। ओके नैक्सट एप्लीकेशन देखो डिमेंशन एनालिसिस दी। नैक्सट है कन्वर्जन ऑफ वन सिस्टम ऑफ यूनिट्स टू अनदर सिस्टम, एक सिस्टम ऑफ यूनिट तो अनदर सिस्टम ऑफ यूनिट के विच आपां कन्वर्ट करांगे। देखो
द ਮੈਜ਼ਰ ਆਫ ਅ ਫਿਜ਼ੀਕਲ ਕੁਆਂਟੀਟੀ ਇਜ਼ ਗਿਵਨ ਬਾਈ x ਇਜ਼ ਇਕੁਅਲ ਟੂ ਐਨ ਜੂ ਮੀਨਸ ਆਪਾਂ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਨੂੰ ਐਵੇਂ ਰਿਪਰੈਜ਼ੈਂਟ ਕਰਦੇ ਆ ਨਾ ਨੂਮੈਰੀਕਲ ਵੈਲਿਊ ਨਾਲ ਉਸ ਦੀ ਯੂਨਿਟ, ਜਿਵੇਂ ਕਿ 5 ਮੀਟਰ, ਪਹਿਲਾਂ ਉਹਦੀ ਨੂਮੈਰੀਕਲ ਵੈਲਿਊ ਆ ਜੂਗੀ, ਨਾਲ ਉਸ ਦੀ ਕੀ ਆਏਗੀ ਯੂਨਿਟ। ਠੀਕ ਹੈ, ਉਸ ਤੋਂ ਬਾਅਦ ਦੇਖੋ ਅਗਰ ਆਪਣੇ ਕੋਲ ਨਾ ਇਫ u1 ਐਂਡ u2 ਆਰ ਦੀ ਯੂਨਿਟਸ ਆਫ ਮੈਜ਼ਰਮੈਂਟ ਆਫ ਦੀ ਫਿਜ਼ੀਕਲ ਕੁਆਂਟੀਟੀ ਇਨ ਟੂ ਸਿਸਟਮਸ and n1 and n2 are the numerical values of physical quantity for two units। अगर अपने को u1 ਤੇ u2 ਕੀ ਨੇ ਯੂਨਿਟਸ ਦੇ ਮੈਜ਼ਰਮੈਂਟ ਹੋ ਗਏ, ਠੀਕ ਹੈ, n1 ਤੇ n2 ਕੀ ਹੋ ਗਿਆ ਉਹਨਾਂ ਦੇ numerical value, ਤਾਂ ਇਕੁਏਸ਼ਨ ਕੀ ਬਣੂਗੀ ਮੀਨਸ n1 u1 is equal to n2 u2 ਦੇ ਇਕੁਅਲ। ਠੀਕ ਹੈ, ਇਹ ਵਾਲੀ ਇਕੁਏਸ਼ਨਸ ਨੂੰ ਆਪਾਂ ਇਕੁਏਟ ਕਰ ਸਕਦੇ ਹਾਂ। ਠੀਕ ਹੈ, ਹੁਣ ਮੰਨ ਲਓ ਵੀ ਅਗਰ ए बी एंड सी डिमेंशनस ने किसी फिजिकल क्वांटिटी दे मास लेंथ ते टाइम की फॉर्म दे विच, दैन इक्वेशन की बनूगी n1 u1 मीनस ये यूनिट्स नूं रिप्रजेंट करांगे mlt की फॉर्म दे विच। ठीक है, ये फर्स्ट सिस्टम के लिए हो गया, ये सैकेंड सिस्टम के लिए हो गया। तो अगर आप n2 की वैल्यू देखनी है, न्यूमेरिकल वैल्यू फाइंड करनी है, दैन किस इक्वल आ जाएगी n1, ए वाली वैल्यू जाके तो डिवाइड हो जाएगी मीनस m1 अपॉन m2 की पावर a, l1 अपॉन l2 की पावर b, t1 अपॉन t2 की पावर c। ठीक है, ਹੁਣ ਜਿਹੜਾ ਕਨਵਰਜ਼ਨ ਹੈ ਇਹਨਾਂ ਯੂਨਿਟ ਦਾ ਵਨ ਸਿਸਟਮ ਆਫ ਯੂਨਿਟ ਟੂ ਅਨਦਰ ਸਿਸਟਮ ਆਫ ਯੂਨਿਟ ਦੇ ਵਿੱਚ, ਜਿਵੇਂ ਆਪਾਂ SI ਟੂ CGS ਕਨਵਰਟ ਕਰਨਾ ਹੋਵੇ, ਠੀਕ ਹੈ, ਜਾਂ CGS ਟੂ SI ਕਨਵਰਟ ਕਰਨਾ ਹੋਵੇ, ਉਹਦੇ ਲਈ ਆਪਾਂ ਇਹ ਡਾਇਮੈਂਸ਼ਨ ਐਨਾਲਿਸਿਸ ਨੂੰ ਯੂਜ਼ ਕਰ ਸਕਦੇ ਹਾਂ। ਹੁਣ ਇਹ ਕੁਐਸਚਨ ਦੇ ਨਾਲ ਆਪਾਂ ਸਮਝਦੇ ਆਂਗੇ, ਜਿਵੇਂ ਕਿ ਫਸਟ ਕੁਐਸਚਨ ਦੇਖੋ ਇਹਦਾ 1 ਜੂਲ ਇਜ਼ ਇਕੁਅਲ ਟੂ 10 ਰੇਜ਼ ਟੂ ਪਾਵਰ 7 ਅਰਗ। ਠੀਕ ਹੈ, ਇਹਨੂੰ ਪ੍ਰੂਵ ਕਰਾਂਗੇ ਆਪਾਂ ਬਾਈ ਯੂਜ਼ਿੰਗ ਦਾ ਡਾਇਮੈਂਸ਼ਨ ਐਨਾਲਿਸਿਸ। ਜੂਲ ਹੈ ਜੋ ਯੂਨਿਟ ਹੁੰਦੀ ਹੈ ਵਰਕ ਦੀ SI ਦੇ ਵਿੱਚ, ਔਰ ਅਰਗ ਹੁੰਦੀ ਹੈ ਯੂਨਿਟ CGS ਦੇ ਵਿੱਚ। ਠੀਕ ਹੈ, ਹੁਣ ਇਹਨੂੰ ਪ੍ਰੂਫ ਕਰਦੇ ਹਾਂ ਆਪਾਂ ਵੀ 1 ਜੂਲ 10 ਰੇਜ਼ ਟੂ ਪਾਵਰ 7 ਅਰਗ ਦੇ ਇਕੁਅਲ ਬਣੇਗਾ ਕਿਵੇਂ, ਬਾਈ ਯੂਜ਼ਿੰਗ ਦਾ ਡਾਇਮੈਂਸ਼ਨ ਐਨਾਲਿਸਿਸ। SI ਦੇ ਵਿੱਚ m1 ਦੀ ਵੈਲਿਊ 1 kg ਕੰਸੀਡਰ ਕਰ ਲਈ, ਲੈਂਥ ਜਿਹੜੀ ਹੈ L1 ਮੀਨਸ 1 ਮੀਟਰ ਲੈ ਲਈ, ਟਾਈਮ 1 ਸੈਕਿੰਡ ਲੱਗ ਰਿਹਾ, ਐਂਡ n1 ਦੀ ਵੈਲਿਊ ਕੀ ਹੋਏਗੀ 1 ਹੋਏਗੀ। ਨਿਊ ਸਿਸਟਮ ਮੰਨ ਲਓ CGS ਸਿਸਟਮ ਹੈ, ਤਾਂ ਉਹਦੇ ਲਈ m1 CGS ਦੇ ਵਿੱਚ ਕੀ ਹੁੰਦਾ ਹੈਗਾ, ਲੈਂਥ ਨੂੰ ਆਪਾਂ ਸੈਂਟੀਮੀਟਰ ਦੇ ਵਿੱਚ, ਮਾਸ ਨੂੰ ਗ੍ਰਾਮ ਦੇ ਵਿੱਚ ਰਿਪਰੈਜ਼ੈਂਟ ਕਰਦੇ ਹਾਂ, टाइम ਨੂੰ ਸੈਕਿੰਡਸ ਦੇ ਵਿੱਚ, ਮੀਨਸ m1 ਕਿਹਦੇ ਇਕੁਅਲ ਬਣੇਗਾ 1g, l2 ਕਿਹਦੇ ਇਕੁਅਲ ਆ ਜਾਊਗਾ 1 ਸੈਂਟੀਮੀਟਰ, ਟਾਈਮ ਕਿੰਨਾ ਬਣ ਜਾਊਗਾ 1 ਸੈਕਿੰਡ, ਐਂਡ n2 ਦੀ ਵੈਲਿਊ ਆਪਾਂ ਨੇ ਫਾਈਂਡ ਕਰਨੀ ਹੈ, ਜਿਹੜੀ ਇਕੁਏਸ਼ਨ ਪਹਿਲਾਂ ਫਾਈਂਡ ਕੀਤੀ ਸੀ ਹੁਣ ਕਨਵਰਜ਼ਨ ਆਫ ਵਨ ਸਿਸਟਮ ਆਫ ਯੂਨਿਟ ਟੂ ਅਨਦਰ ਸਿਸਟਮ ਆਫ ਯੂਨਿਟ, ਸੋ ਯੂਜ਼ ਕਰਕੇ ਆਪਾਂ ਫਾਈਂਡ ਕਰਦੇ ਹਾਂ। ਮੀਨਸ n2 ਕਿਹਦੇ ਇਕੁਅਲ ਆਏਗਾ n1 m1 upon m2 ਦੀ ਪਾਵਰ a, l1 upon l2 ਦੀ ਪਾਵਰ b, t1 upon t2 ਦੀ ਪਾਵਰ c। ਹੁਣ ਅਗਰ ਡਾਇਮੈਂਸ਼ਨਲ ਫਾਰਮੂਲਾ ਦੇਖੀਏ ਵਰਕ ਦਾ, ਤਾਂ ਕੀ ਹੁੰਦਾ ਵਰਕ फोर्स इंटू डिसप्लेसमेंट होंगे ना, तो फोर्स इंटू डिसप्लेसमेंट के डिमेंशनस फाइंड करके वर्क के डिमेंशनस की बन जाएंगे ML2T -2। ठीक है, इतों अगर कंपैरिजन करिए आप ए बी सी के नाल, तो ए की वैल्यू कितनी आ जाएगी 1, बी की वैल्यू कितनी आ जाएगी 2, सी की वैल्यू कितनी आ जाएगी -2। ठीक है, हुण इनू आप इस फॉर्मूला के पुट करते हैं, तो मीनस n2 किस दे इक्वल सीगा n1। ठीक है, m1 upon m2 की वैल्यू कितनी रेस कर रही है इत्थे 1। ठीक है, और L1 upon L2 की वैल्यू कितनी रेस करूगी 2, और इत्थे अपने को T1 upon T2 की पावर कितनी रेस कर जूगी C मीनस इसकी वैल्यू रेस करूगी -2। ठीक है, ये वैल्यूज़ आप अगे पुट कर देंगे। n2 किस दे इक्वल बनूगा, n1 की वैल्यू 1 ही है, m1 की वैल्यू कितनी आ जाएगी 1 किलोग्राम, m2 1 ग्राम। ठीक है, दी पावर 1 रेस करूगी, L1 की वैल्यू कितनी आएगी 1 मीटर, L2 1 सेंटीमीटर, इसकी पावर 2 रेस करेगी, और T1 की वैल्यू सैकेंड ही है, ये भी सैकेंड ही है, दी पावर कितनी रेस करूगी -2। देखो 1 किलोग्राम और ग्राम की कन्वर्जन करिए, अगर आप 1 kg इज इक्वल टू 1000 ग्राम होंगे, तो मीनस 1000 ग्राम अपॉन ग्राम की पावर रेस करूगी 1 मीटर। ठीक है, किस इक्वल होएगा 100 सेंटीमीटर दे 1 सेंटीमीटर रेस टू पावर 2, ये तो 1 ही बन चुकी वैल्यू। देखो ये पावर कितनी रेस कर जूगी 100 की पावर 2, मीनस 4 जीरोज़ आ जाएगियाँ, 3 जीरोज़ ये ने, टोटल 7, मीनस ये 10 रेस टू पावर 7 बन जूगा, ये कैंसल, ये कैंसल, मीनस 1 जूल किस दे इक्वल आ गया 10 रेस टू पावर 7 अर्ग दे। ओके, CGS यूनिट्स बन गया ना इदियाँ, तो मीनस 1 जूल किस दे इक्वल आएगा, न्यूमेरिकल वैल्यू कितनी फाइंड की अपने 7, 10 रेस टू पावर 7, तो मीनस 1 जूल कि इक्वल आएगा 10 रेस टू पावर 7 अर्ग। ठीक है, इस वीडियो के विच आपां डायमेंशन एनालिसिस बारे डिस्कस किया, इसकी एप्लीकेशनस। ठीक है, और होप सो कि तुहानूं समझ आया होएगा प्रॉपरली, और थैंक्स फॉर वॉचिंग।